ਚੁੱਕਿਆ ਨਹੀਂ। ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਟੀਵੀ ਤੇ ਮੈਂ ਹਾਰਾ ਮੰਤੂਰ। ਇਹ ਮੋਰਚਾ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਸਮੋਏ ਬੈਠਾ ਹੈ। ਸੜਕਾਂ ਤੇ ਬੈਠੇ ਲੋਕ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਤੇ ਕਹਿ ਸਕਦੇ ਹਾਂ ਕਿ ਦਰਦਨਾਕ ਕਹਾਣੀਆਂ ਬਣੇ ਹੋਏ ਬੈਠੇ ਹੋਏ ਨੇ। ਸੋ ਇਸ ਵੇਲੇ ਮੇਰੇ ਨਾਲ ਦੋ ਬਜ਼ੁਰਗ ਮਾਵਾਂ ਮੌਜੂਦ ਨੇ ਜਿਨ੍ਹਾਂ ਦੀ ਕਹਾਣੀ ਵੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ। ਬੇਸ਼ੱਕ ਅਸੀਂ ਬਹੁਤ ਸਾਰੀਆਂ ਚੜ੍ਹਦੀ ਕਲਾ ਦੀਆਂ ਬਹੁਤ ਸਾਰੀਆਂ ਪੋਜ਼ਿਟਿਵ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਹਾਂ, ਪਰ ਕਹਿੰਦੇ ਨੇ ਕਿ ਪੱਤਰਕਾਰਤਾ ਦਾ ਇੱਕ ਨਿਯਮ ਹੈ, ਇੱਕ ਫਰਜ਼ ਹੈ ਕਿ ਉਹ ਹਰ ਪੱਖ ਜਿਹੜਾ ਕਹਾਣੀ ਦਾ ਹਰ ਇੱਕ ਪੱਖ ਤੁਹਾਡੇ ਰੂਬਰੂ ਲੈ ਕੇ ਆਵੇ, ਹਰ ਇੱਕ ਪੱਖ ਦਿਖਾਵੇ। ਤੇ ਇਸ ਮੋਰਚੇ ਦੇ ਵਿੱਚ ਮੌਜੂਦ ਚੜ੍ਹਦੀ ਕਲਾ ਵਾਲੀਆਂ ਮਾਵਾਂ, ਚੜ੍ਹਦੀ ਕਲਾ ਵਾਲੀਆਂ ਔਰਤਾਂ ਦੇ ਕਹਾਣੀ ਦੇ ਵੀ ਬਹੁਤ ਸਾਰੇ ਪੱਖ ਹੈਗੇ ਆ। ਤੇ ਇਸ ਵੇਲੇ ਜੋ ਪੱਖ ਮੈਂ ਤੁਹਾਡੇ ਰੂਬਰੂ ਲੈ ਕੇ ਬੈਠੀ ਹੋਈ ਹਾਂ, ਸਾਨੂੰ ਯਾਦ ਹੋਵੇਗਾ, ਹਾਲਾਂਕਿ ਇਹ ਜ਼ਿਕਰ ਕਰਨਾ ਇਸ ਚੀਜ਼ ਦਾ ਜ਼ਰੂਰੀ ਨਹੀਂ, ਪਰ ਫਿਰ ਵੀ ਇਹ ਬਹੁਤ ਖਰਾਬ ਚੀਜ਼ ਇੱਕ ਹੋਈ ਸੀ ਕਿ ਮੋਰਚੇ ਦੇ ਦੌਰਾਨ ਜਿੰਨੀਆਂ ਵੀ ਸਾਡੀਆਂ ਬਜ਼ੁਰਗ ਮਾਵਾਂ, ਕਿਉਂਕਿ ਬਹੁਤ ਸੁਖਾਲਾ ਜਿਹੜਾ ਸਹੂਲਤਾਂ ਨਾਲ ਭਰਿਆ ਸਫ਼ਰ ਕਰਨਾ ਹੀ ਬਹੁਤ ਔਖਾ ਹੁੰਦਾ। ਟਰੈਕਟਰ ਟਰਾਲੀਆਂ ਦੇ ਵਿੱਚ ਦਿੱਲੀ ਤੱਕ ਦਾ ਸਫ਼ਰ ਕਰਕੇ ਦਿੱਲੀ ਦੇ ਉੱਤੇ ਸੜਕਾਂ ਦੇ ਉੱਤੇ ਬੈਠਣਾ ਬਿਨਾਂ ਕਿਸੇ ਸਹੂਲਤ ਦੇ, ਬਿਲਕੁਲ ਠੰਡੀਆਂ ਸਰਦ ਰਾਤਾਂ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੀਜ਼ ਆ। ਬਾਵਜੂਦ ਇਸ ਦੇ ਬਹੁਤ ਵੱਡੇ ਪੱਧਰ ਤੇ ਜਿਹੜੀ ਹਾਲਾਂਕਿ ਉਸ ਅਭਿਨੇਤਰੀ ਦੀ ਆਲੋਚਨਾ ਵੀ ਹੋਈ ਸੀ, ਇਹਨਾਂ ਮਾਵਾਂ ਦੇ ਉੱਤੇ ਇਲਜ਼ਾਮ ਲੱਗਿਆ ਸੀ ਕਿ ਇਹ ਉਹ ਔਰਤਾਂ ਨੇ ਜਿਹੜੀਆਂ 100 ਰੁਪਏ ਦਿਹਾੜੀ ਦੇ ਉੱਤੇ ਜਿਹੜਾ ਇਹੋ ਜਿਹੇ ਸਫ਼ਰ ਝਾਗ ਕੇ ਜਿਹੜੀਆਂ ਇੱਥੇ ਆ ਕੇ ਬੈਠੀਆਂ ਹੋਈਆਂ ਨੇ। ਸੋ ਉਹਦਾ ਬਿਨਾਂ ਸ਼ੱਕ ਜਿਹੜੇ ਸੰਵੇਦਨਸ਼ੀਲ ਲੋਕ ਆ ਉਹਨਾਂ ਨੇ ਬਹੁਤ ਕਰੜਾ ਜਿਹੜਾ ਉਸ ਅਭਿਨੇਤਰੀ ਨੂੰ ਜਵਾਬ ਦਿੱਤਾ ਸੀ। ਪਰ ਇਹ ਜਿਹੜਾ ਪੱਖ ਔਨ 에ਅਰ ਦੇ ਜ਼ਰੀਏ ਮੈਂ ਤੁਹਾਡੇ ਰੂਬਰੂ ਕਰਨਾ ਚਾਹੁੰਦੀ ਹਾਂ ਕਿ ਮੇਰੇ ਨਾਲ ਇਸ ਵਕਤ ਦੋ ਮਾਵਾਂ ਮੌਜੂਦ ਨੇ, ਉਹਨਾਂ ਦੇ ਮੂੰਹੋਂ ਹੀ ਉਹਨਾਂ ਦੀ ਕਹਾਣੀ ਸੁਣਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਇਹ ਔਰਤਾਂ ਕਿਉਂ ਸੜਕਾਂ ਦੇ ਉੱਤੇ ਕਿਸਾਨਾਂ ਦੇ ਹੱਕ ਚਾਹ ਦਾ ਨਾਅਰਾ ਮਾਰਨ ਲਈ ਬੈਠੀਆਂ ਨੇ। ਮਾਂ ਸਤਿ ਸ਼੍ਰੀ ਅਕਾਲ, ਆਪਣਾ ਨਾਮ ਤੇ ਪਿੰਡ ਦੱਸੋ ਜੀ। ਪਿੰਡ ਮੇਰਾ ਪੁੱਤ ਜੇਠੂ ਕੇ ਆ ਤੇ ਮਾਤਾ ਸਰਜੀਤ ਕੌਰ ਆ ਜੀ। ਮਾਂ, ਤੁਹਾਡੇ ਘਰ ਦੇ ਵਿੱਚ ਇੱਕ ਅਣਹੋਣੀ ਹੋਈ ਆ, ਮੈਂ ਉਹਦੇ ਬਾਰੇ ਜਾਣਨਾ ਚਾਹੁੰਦੀ ਹਾਂ ਵੀ ਕੀ ਹੋਇਆ ਸੀ। ਉਹਨਾਂ ਨੇ ਦੇਣਾ ਲੈਣਾ ਸੀ ਜੀ, ਆਪਦਾ ਘਰੇ ਜ਼ਮੀਨ ਜਾਇਦਾਦ, ਕਿਸੇ ਦੀ ਆਮਦਨ ਹੈ ਨਹੀਂ ਸੀਗੀ ਤੇ ਬੱਚੀ ਦਾ ਵਿਆਹ ਵੀ ਕੀਤਾ ਸੀਗਾ, ਉਹਦਾ ਵੀ ਕਰਜ਼ਾ ਹੋ ਗਿਆ, ਬੱਚੇ ਦਾ ਵੀ ਕਰਿਆ, ਉਹਦਾ ਵੀ ਕਰਜ਼ਾ। ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਮਾਂ ਜਿਹੜੇ ਹੈਗੇ ਆ ਸੁਰਜੀਤ ਕੌਰ, ਇਹਨਾਂ ਦੇ ਪਤੀ ਨੇ ਦੇ ਉੱਤੇ ਬਹੁਤ ਸਾਰਾ ਕਰਜ਼ਾ ਸੀ। ਕਿਸਾਨ ਸੀਗੇ, ਇੱਕ ਛੋਟੇ ਕਹਿ ਸਕਦੇ ਹਾਂ ਕਿਸਾਨ ਸੀ, ਥੋੜ੍ਹੀ ਜਿਹੀ ਜ਼ਮੀਨ ਸੀ ਇਹਨਾਂ ਦੇ ਕੋਲੇ ਤੇ ਕਰਜ਼ੇ ਦਾ ਕਰਕੇ ਬਿਨਾਂ ਸ਼ੱਕ ਸਾਡੇ ਪੰਜਾਬੀ ਕਿਸਾਨਾਂ ਦਾ ਇੱਕੋ ਪੱਖ ਵੀ ਹੈਗਾ ਕਿ ਜਦੋਂ ਕਰਜ਼ਾ ਹੋ ਜਾਂਦਾ ਹੈ ਤੇ ਕਿਉਂਕਿ ਦਵਾਈਆਂ ਦੀ ਹੀ ਬੜੀ ਜ਼ਰੂਰਤ ਪੈਂਦੀ ਆ ਖੇਤਾਂ ਦੇ ਵਿੱਚ, ਉਹਨਾਂ ਜ਼ਮੀਨ ਤੋਂ ਜਿਹੜੀ ਇੱਕ ਫਸਲ ਉੱਗਦੀ ਆ ਉਹਦਾ ਜਿਹੜਾ ਸਾਨੂੰ ਫਾਇਦਾ ਨਹੀਂ ਹੁੰਦਾ ਜਿੰਨੇ ਖਰਚੇ ਆ ਜਾਂਦੇ ਆ। ਤੇ ਬਹੁਤ ਸਾਰੇ ਕਰਜ਼ਿਆਂ ਦੇ ਜਿਹੜੇ ਰੂਬਰੂ ਹੁੰਦੇ ਆ ਕਿਉਂਕਿ ਕਿਸਾਨਾਂ ਨੇ ਆਪਣੇ ਬੱਚੇ ਵੀ ਵਿਆਹੁਣੇ ਹੁੰਦੇ ਆ, ਪੜ੍ਹਾਉਣੇ ਵੀ ਹੁੰਦੇ ਆ, ਕਬੀਲਦਾਰੀ ਦੇ ਹੋਰ ਬਹੁਤ ਸਾਰੇ ਖਰਚੇ ਹੁੰਦੇ ਆ। ਤੇ ਇਹਨਾਂ ਦੇ ਪਤੀ ਜਿਹੜੇ ਹੈਗੇ ਆ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਇਹ ਮਾਂ, ਇਹਨਾਂ ਨੇ ਇਕੱਲਿਆਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਤੇ ਜਿਹੜੀ ਆ ਲੰਬੀ ਇੱਕ ਕਹਿ ਸਕਦੇ ਹਾਂ ਜ਼ਿੰਦਗੀ ਦੀ ਜੱਦੋਜਹਿਦ ਦੇ ਇਹ ਰੂਬਰੂ ਹੋ ਰਹੇ ਨੇ। ਮਾਂ, ਕੀ ਹਾਲਾਤ ਬਣੇ ਸੀ, ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਜਿਹੜੀ ਆ ਖੁਦਕੁਸ਼ੀ ਕੀਤੀ ਸੀ? ਉਹ ਸਪਰੇਅ ਕਰੀ ਜਾਂਦੇ ਸੀ, ਬਸ ਉੱਥੇ ਹੀ ਕੋਈ ਭਾਣਾ ਵਾਪਰ ਗਿਆ ਜੀ। ਕਦੇ ਪਹਿਲਾਂ ਤੁਹਾਡੀ ਗੱਲ ਨਹੀਂ ਹੋਈ, ਕਦੇ ਗੱਲਾਂ ਤੋਂ ਨਹੀਂ ਪਤਾ ਲੱਗਿਆ ਵੀ ਕੁਝ ਇਦਾਂ ਦਾ ਕਰ ਸਕਦੇ ਆ ਉਹ? ਨਹੀਂ ਇੰਨਾ ਨਹੀਂ ਸੀ ਕਰ ਸਕਦੇ, ਉਹ ਜਮੀ ਨਹੀਂ ਸੀ ਕਰ ਸਕਦੇ। ਬਸ ਕੋਈ ਮਨ ਤੇ ਤਾਂ ਬਈ ਉੱਥੇ ਹੀ ਕੋਈ ਆ ਗਈ ਗੱਲ ਵੀ ਮੈਂ ਦੇਣਾ ਲੈਣਾ, ਵੀ ਮੈਨੂੰ ਲੋਕ ਤੰਗ ਕਰਨਗੇ, ਬਸ ਇੱਦਾਂ ਹੀ। ਕਿੰਨੇ ਸਾਲ ਹੋ ਗਏ ਇਕੱਲੇ ਬੱਚਿਆਂ ਨੂੰ ਪਾਲਦੇ ਹੋਏ? ਸਾਨੂੰ 15 ਸਾਲ ਹੋ ਗਏ ਜੀ, 15-16 ਸਾਲ ਹੋ ਗਏ। ਕਿੰਨੀ ਜ਼ਮੀਨ ਆ ਤੁਹਾਡੇ ਕੋਲੇ? ਸਾਡੇ ਕੋਲ 2 ਕਿੱਲੇ ਸੀ ਜੀ ਤੇ 2 ਭਰਾ ਸੀਗੇ ਤੇ ਕਿੱਲਾ ਆਉਂਦੇ, ਅੱਧੇ ਕਿੱਲੇ 'ਚ ਸਾਡਾ ਘਰ ਪਾਇਆ ਹੋਇਆ, ਅੱਧਾ ਕਿੱਲਾ ਸਾਡੇ ਅਸੀਂ ਬਹੁਨੇ ਬੀਜਦੇ ਹਾਂ ਬਸ। ਤੇ ਮਾਂ, ਹੁਣ ਤੁਹਾਡੇ ਪਤੀ ਦੇ ਨਾਲ ਇਦਾਂ ਦੀ ਅਣਹੋਣੀ ਵਾਪਰੀ ਆ, ਤੁਹਾਡੇ ਘਰ ਦੇ ਵਿੱਚ ਕਹਿ ਸਕਦੇ ਹਾਂ 70 ਵਿਸ਼ਾ ਹੈਗਾ ਤੇ ਜ਼ਮੀਨ ਵੀ ਬਹੁਤ ਥੋੜੀ ਆ, ਕਿਸ ਆਸ ਨੂੰ ਲੈ ਕੇ ਇੱਥੇ ਆ ਕੇ ਬੈਠ ਗਏ? ਬਸ ਅਸੀਂ ਕਹਿੰਦੇ ਵੀ ਬੱਚਿਆਂ ਦਾ ਕੁਛ ਮਾੜਾ ਮੋਟਾ ਜ਼ਿਆਦਾ ਸੀ ਤਾਂ ਜਿਹੜੀ ਸੀ ਭੁਗਤਣੀ ਸੀ ਪੁੱਤ ਭੁਗਤ ਲਈ, ਵੀ ਉਹਨਾਂ ਦਾ ਕੁਛ ਬਣਨਾ ਚਾਹੀਦਾ, ਉਹਨਾਂ ਦਾ ਨਾਂ ਜਿਹੜਾ ਹੈਗਾ ਮਾੜਾ ਮੋਟਾ ਕੁਛ ਸੇ। ਜੀ। ਮੇਰੇ ਨਾਲ ਇੱਕ ਹੋਰ ਮਾਂ ਹੈਗੇ ਆ ਜਸਵਿੰਦਰ ਕੌਰ, ਮੈਂ ਉਹਨਾਂ ਨਾਲ ਵੀ ਗੱਲ ਕਰਦੀ ਹਾਂ, ਉਹਨਾਂ ਨੇ ਵੀ ਕੁਝ ਇਹੋ ਜਿਹੀ ਹੀ ਚੀਜ਼ ਨੂੰ ਜਿਹੜੇ ਫੇਸ ਕੀਤਾ ਹੈਗਾ। ਸਤਿ ਸ਼੍ਰੀ ਅਕਾਲ ਮਾਂ, ਕੀ ਨਾਮ ਤੁਹਾਡਾ ਤੇ ਕਿਸ ਪਿੰਡ ਤੋਂ ਆ ਤੁਸੀਂ? ਜੱਟੂ ਕੇ ਪਿੰਡ ਹੈ, ਜਸਵਿੰਦਰ ਕੌਰ। ਹਾਂ। ਮੈਂ ਤੁਹਾਡੇ ਘਰ ਦੇ ਵਿੱਚ ਵੀ ਕੋਈ ਭਾਣਾ ਵਾਪਰਿਆ, ਕੌਣ ਸੀ ਉਹ ਤੇ ਕੀ ਹੋਇਆ ਸੀ? ਮੇਰਾ ਮੁੰਡਾ ਸੀ ਵੱਡਾ, ਉਹ ਵੀ 4 ਭੈਣਾਂ ਦਾ ਵਿਆਹ ਕਰ ਲਏ ਹੈ, 2 ਮੁੰਡੇ ਦਾ ਵਿਆਹ, ਫਿਰ ਤੁਹਾਨੂੰ ਪਤਾ ਹੈ ਖਰਚਾ ਚੱਕ ਕੇ ਇਹ ਕੀਤਾ। ਹਾਂ, ਜ਼ਮੀਨ ਹੀ ਹਿੱਸੇ ਤੇ ਦਿੰਦਾ ਸੀ, ਹਿੱਸੇ ਵਾਲਾ ਕੀ ਦਿੰਦਾ, ਕੁਛ ਨਹੀਂ। ਹਾਂ।
ਕਿੰਨੇ ਸਾਲ ਹੋ ਗਏ ਮਾਂ ਤੇ ਕੀ ਕੀਤਾ ਸੀ ਉਹਨਾਂ ਨੇ ਆਪਣੇ ਆਪ ਨਾਲ ਜਦੋਂ बस आई कि मैं लाऊं कर्जा कि मैं लाऊं मैं आई गड्डी थले हाँ गड्डी थले कि मैं पता ही नहीं लग गया हाँ ਇਹ ਮਾਂ ਦਾ ਬੱਚਾ ਜਿਹੜਾ ਸੀਗਾ ਉਹ ਵੀ ਇਸ ਤਰੀਕੇ ਨਾਲ ਜਿਨ੍ਹਾਂ ਨੂੰ ਕਿਸਾਨ ਬੜਾ ਖੁਸ਼ਹਾਲ ਲੱਗਦਾ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜੇ ਵੰਡ ਛਕਣ ਦੀ ਜਿਹੜੀ ਸਾਡੇ ਗੁਰੂ ਸਾਹਿਬਾਨਾਂ ਨੇ ਪਿਰਤ ਪਾਈ ਹੈ, ਜੇ ਉਹ ਵੰਡ ਕੇ ਛਕ ਰਿਹਾ ਆਪਣੇ ਨਾਲ ਬੈਠੇ ਹੋਰ ਦੋ ਚਾਰ ਭੁੱਖੇ ਜਿਹੜੇ ਆ ਢਿੱਡ ਭਰ ਰਿਹਾ ਹੈਗਾ ਤੇ ਲੋਕਾਂ ਨੂੰ ਲੱਗ ਰਿਹਾ ਵੀ ਬੜਾ ਅਮੀਰ ਆ, ਪਰ ਅਸਲੀ ਜਿਹੜੀ ਹਕੀਕਤ ਆ ਜਿਹਦੇ ਤੋਂ ਕੇਂਦਰ ਸਰਕਾਰ ਜਿਹੜੀ ਆ ਪਾਸਾ ਜਿਹੜਾ ਨਹੀਂ ਦਿਖਾਉਣਾ ਚਾਹੁੰਦੀ ਇਹ ਆ ਉਹ ਲੋਕ ਜਿਹੜੇ ਸਰਕਾਰ ਦੇ ਭਗਤ ਆ, ਜਿਨ੍ਹਾਂ ਨੂੰ ਲੱਗਦਾ ਵੀ ਇਹ ਕਾਨੂੰਨ ਸਹੀ ਆ, ਉਹ ਲੋਕ ਇਹਨਾਂ ਚੀਜ਼ਾਂ ਤੋਂ ਪਾਸੇ ਹੁੰਦੇ ਆ। ਸੋ ਇਹ ਜਿਹੜੇ ਮਾਵਾਂ ਦੇ ਦਰਦ ਹੈਗੇ ਆ। ਮਾਂ ਕਿੰਨੇ ਸਾਲ ਹੋ ਗਏ ਫਿਰ ਹੁਣ ਜਿਹੜਾ ਕਿਵੇਂ ਚੱਲ ਰਹੀ ਹੈਗੀ ਹੈ ਜ਼ਿੰਦਗੀ? ਜ਼ਿੰਦਗੀ ਬਸ ਪੁੱਤ ਹੁਣ ਕੀ ਚੱਲਣਾ। ਕਿੰਨੇ ਮੈਂ 10 ਸਾਲ ਹੋ ਗਏ ਮੁੱਕਿਆ ਨੂੰ। ਹਾਂ ਘਰ ਬਾਹਰ ਆਈ ਨਹੀਂ ਸੀ, ਫਿਰ ਅਸੀਂ ਘਰ ਪਾ ਲਿਆ, ਲੋਨ ਲਾਣ ਚੱਕਿਆ ਉਹੀ ਜ਼ਮੀਨ 'ਤੇ ਲੋਨ ਦੇਈ ਜਾਂਦੇ ਹਾਂ। ਮੇਰੇ ਘਰ ਵਾਲਾ ਹੋਣੀ ਮੁੱਕਿਆ 10 ਮਹੀਨੇ ਹੋਇਆ ਮੇਰੇ ਘਰ ਵਾਲਾ ਮੁੱਕਿਆ। ਹਾਂ ਹੁਣ ਤੁਹਾਨੂੰ ਪਤਾ ਹੀ ਮਾਵਾਂ ਤਾਂ ਪੁੱਤਾਂ ਬਿਨਾਂ ਇੱਕ ਪਲ ਨਹੀਂ ਸਾਰਦੀਆਂ, ਮਾਵਾਂ ਤਾਂ ਪੁੱਤਾਂ ਬਿਨਾਂ ਇੱਕ ਪਲ ਨਹੀਂ ਸਾਰਦੀਆਂ। ਫਿਰ ਹੁਣ ਕਿਵੇਂ ਗੁਜ਼ਾਰਾ ਹੁੰਦਾ? ਕਦੀ ਯਾਦ ਨਹੀਂ ਆਉਂਦੀ ਕਿ ਅੱਜ ਉਹ ਪੁੱਤ ਵੀ ਨਹੀਂ ਰਿਹਾ, ਜਿਹੜੀ ਜ਼ਮੀਨ ਦੀ ਖਾਤਰ ਉਹਨੇ ਆਪਣੀ ਜਾਨ ਦਿੱਤੀ ਆ ਤੇ ਹੁਣ ਤੁਸੀਂ ਸੜਕਾਂ ਤੇ ਆਏ ਬੈਠੇ ਆ? ਬਸ ਆ ਕੋਵੇਂ ਨਾ ਜ਼ਮੀਨ ਹੈ ਮੇਰੇ ਬੱਚੇ ਦਾ, ਉਹ ਜਵਾਕਾਂ ਦਾ, ਪੋਤੇ ਦਾ। ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਪੁੱਤ ਚਲਾ ਗਿਆ ਤੁਹਾਡਾ, ਤੁਹਾਡੀ ਜ਼ਮੀਨ ਨਾ ਹੁਣ ਜਾਵੇ, ਤੁਹਾਡੇ ਪੋਤੇ ਲਈ ਬਚੀ ਰਵੇ। ਨਾ ਕੁਰਕੇ ਬਾਲਾ ਹੁੰਦੇ ਕੀ ਕਰੇ ਬਾਲਾ ਹੁੰਦਾ। ਜਦੋਂ ਉਹਨਾਂ ਨੇ ਆਪਣੇ ਆਪ ਨਾਲ ਐਸਾ ਕੁਝ ਕੀਤਾ, ਕੋਈ ਗੱਲਬਾਤ ਨਹੀਂ ਕੀਤੀ ਕਦੇ? ਤੁਸੀਂ ਮਹਿਸੂਸ ਨਹੀਂ ਕਰ ਪਾਏਗੀ ਉਹਦਾ ਮਨ ਉਦਾਸ ਹੋਊਗਾ ਜਾਂ ਉਹ ਐਡਾ ਵੱਡਾ ਕਦਮ ਚੱਕ ਸਕਦਾ? ਪੁੱਤ ਚੰਗਾ ਭਲਾ ਖਾਣਾ ਖਾ ਕੇ ਪਤਾ ਨਹੀਂ ਲੱਗਿਆ। ਹਾਂ ਅਸੀਂ ਸਾਰਾ ਦਿਨ ਸਾਰਾ ਪਿੰਡ ਭਰੋਲਿਆ, ਕਿੱਥੇ ਹੈ ਜੋਗਿੰਦਰ, ਕਿੱਥੇ ਹੈ ਜੋਗਿੰਦਰ, ਕਿੱਥੇ ਹੈ। ਹਾਂ ਸਾਡੇ ਪਿੰਡ 'ਚ ਬਾਜੀਗਰ ਰਹਿੰਦਾ, ਉਹਨਾਂ ਦਾ ਮੁੰਡਾ ਭੱਜ ਕੇ ਆ ਕੇ ਉਹ ਤਾਈ ਜੋਗਿੰਦਰ ਤਾਂ ਡੀ ਤੇ ਪਿਆ। ਹਾਂ ਅਸੀਂ ਤਾਂ ਫਿਰ ਭੱਜ ਗਏ। ਹਾਂ ਆਏ ਹੋਏ ਨਾ ਕੀ ਕਰ ਗਏ। ਮੈਨੂੰ ਤਾਂ ਬਲੱਡ ਵੱਜ ਜਾਂਦਾ ਪੁੱਤ। ਮੈਂ ਮੇਰੇ ਪੁੱਤ ਦੀ ਗੱਲ ਛੇੜ ਮਸਾਂ ਪਾਲਿਆ, ਮੈਂ ਘਰ ਨਹੀਂ ਬਾਹਰ ਨਹੀਂ ਸੀ, ਮਸਾਂ ਪਾਲਿਆ। ਇੱਕ ਮੈਂ ਮੇਰੇ ਪੈਕੇ ਕੇਰ ਲੈ ਮਸਾਂ ਮੈਂ ਪਾਲਿਆ। ਮੇਰੇ ਬੱਚੇ 7 ਘਰ ਬਦਲ ਲਿਆ ਮੈਂ, ਕਿਤੇ ਬਿੱਲੀ ਬਲੂੰਗੜਾ ਲੈ ਕੇ ਜਾਂਦੇ ਆ, ਅੱਜ 7 ਘਰ ਬਦਲ ਲਿਆ। ਸਾਰੇ ਨੂੰ ਪੁੱਛ ਕੇ ਦੇਖ ਲਓ ਤੁਸੀਂ। ਹਾਂ ਹਮ ਫਿਰ ਮਸਾਂ ਘਰ ਬਣਿਆ। ਮੇਰੇ ਘਰ ਵਾਲਾ ਫੌਜੀ ਸੀ। 50 ਰੁਪਏ ਭੇਜਦੇ ਪੁੱਤ, 50 ਰੁਪਏ 4-5 ਬੱਚੇ ਨੂੰ ਮੈਂ ਪੜਾਉਣਾ, ਘਰ ਦਾ ਸੌਦਾ ਪੱਤਾ ਲਿਆਉਣਾ ਹੈ। ਐਂ ਬਸ ਹੁਣ ਠੀਕ ਹੈ। 75 ਸਾਲ ਦੀ ਹੋ ਗਈ ਮੈਂ ਤਾਂ। ਵਧੀਆ ਹੁਣ ਚਲੋ ਹਰਪ੍ਰੀਤ ਭੈਣ ਅੱਗੇ ਚੱਲ ਭੈਣੇ, ਚਲ ਆਪਣਾ ਜ਼ਮੀਨ ਖੋ ਜਾਣ। ਮੈਂ ਕਿਹਾ ਚੱਲ ਭੈਣੇ ਮੈਂ ਤਾਂ ਜੂਨੀਅਰ 'ਚ ਜਾਂਦੀ ਹਾਂ। ਕਿੰਨਾ ਮੇਰੇ ਪੁੱਤ ਮਰ ਗਿਆ, ਉਹ ਵੀ ਜੂਨੀਅਰ 'ਚ ਜਾਂਦੀ ਸੀ, ਜਾਂਦਾ ਕਿਤੇ ਕਿਤੇ ਮੈਂ ਸਰਕਾਣਾ ਸਾਰੇ ਪਾਸੇ ਜਾਂਦਾ। ਬੇਬੇ ਤੂੰ ਜਾਣ ਨਾ ਹਟੀ ਨਾ, ਚੰਗਾ ਪੁੱਤ ਮੈਂ ਜਾਊ। ਹਾਂ ਮੈਂ 2 ਦਿਨ ਦਾ ਜਾਣਾ, ਪੁੱਛ ਲਾ ਪ੍ਰੀਤ ਬੀਬੀ ਨੂੰ ਪੁੱਛ। ਹਾਂ ਮਾਂ ਬੱਚਾ ਤੁਹਾਡਾ ਬੱਚਿਆ ਨਹੀਂ ਤੇ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਜ਼ਮੀਨ ਬਚ ਜਾਵੇ, ਤੇ ਕੋਈ ਆਸ ਹੈਗੀ ਆ? ਤੁਸੀਂ ਦਿੱਲੀ ਦੀਆਂ ਸੜਕਾਂ ਤੇ ਆਏ ਬੈਠੇ ਆ, ਕਿੰਨਾ ਔਖਾ ਸਫ਼ਰ ਕਰਕੇ ਆਏ ਆ, ਕੋਈ ਆਸ ਹੈ ਸਰਕਾਰ ਤੋਂ? ਕੀ ਉਮੀਦ ਲੈ ਕੇ ਆ ਕੇ ਬੈਠ ਗਏ? ਪਿੱਛੇ ਤਾਂ ਬਚਿਆ ਹੀ ਕੁਛ ਨਹੀਂ। ਪਰਮਾਤਮਾ ਕਰੇ, ਆਸ ਹੈਗਾ ਮਾੜਾ ਮੋਟਾ ਹੈਗਾ ਮਿਲ ਜੇ। ਹਾਂ ਠੀਕ ਹੈ। ਘਰਾਂ ਦੇ ਵੀ ਯਾਦ ਆਉਂਦੇ ਆ, ਸਾਰੇ ਯਾਦ ਆਉਂਦੇ ਆ ਪੁੱਤ। ਹਾਂ ਮੇਰੇ ਲੜਕੀਆਂ ਦਾ ਵੀ ਯਾਦ ਆਉਂਦੇ ਆ, ਸਾਰੇ ਆਉਂਦੇ। ਹਾਂ ਬਹੁਤ ਔਖੇ ਆ ਪੁੱਤ, ਮੈਂ ਤਾਂ ਬਾਹਲੀ ਹੀ ਔਖੀ ਹੈ। ਹਾਂ ਸੋ ਇਹ ਵੀ ਇੱਕ ਕਹਾਣੀ ਆ, ਇਹ ਵੀ ਇੱਕ ਮੰਜ਼ਰ ਆ।
ਪਤਾ ਨਹੀਂ ਕਿਵੇਂ ਅਸੀਂ ਇਨਸਾਨ ਹੋ ਕੇ ਆਪਣੇ ਵਰਗੇ ਇਨਸਾਨਾਂ ਦੇ ਹੱਕ ਰੌਂਦਣ ਲੱਗਦੇ ਹਾਂ। ਜਿਹੜੀ ਕਹਿ ਸਕਦੇ ਹਾਂ ਪਰਜ਼ਾ ਹੈਗੀ ਆ, ਜਿਹੜੀ ਲੋਕਾਈ ਹੈ, ਤੁਹਾਨੂੰ ਵੋਟਾਂ ਦੇ ਕੇ ਤੁਸੀਂ ਕਦੇ ਇਮੇਜਿਨ ਨਹੀਂ ਕੀਤਾ ਹੁੰਦਾ ਕਿ ਅਸੀਂ ਉਸ ਮੁਕਾਮ ਤੇ ਪਹੁੰਚ ਜਾਾਂਗੇ। ਉਸ ਮੁਕਾਮ ਤੋਂ ਵੀ ਕਿਸੇ ਉੱਚੇ ਮੁਕਾਮ ਤੇ ਤੁਹਾਨੂੰ ਇਹ ਪਰਜ਼ਾ ਬਿਠਾ ਦਿੰਦੀ ਆ। ਜਿਹੜੇ ਲੋਕਾਂ ਨੂੰ ਲੱਗ ਰਿਹਾ ਕਿ ਇਹ ਲੋਕ ਲੰਗਰ ਲਾ ਰਹੇ ਆ, ਬੜੀ ਐਸ਼ ਪ੍ਰਸਤੀ ਕਰ ਰਹੇ ਆ, ਤੇ ਉਹ ਆ ਕੇ ਸੜਕਾਂ ਤੇ ਇੱਕ ਦਿਨ ਰਹਿਣ, ਇੱਥੇ ਆ ਕੇ ਰੁਕਣ, ਤੁਹਾਨੂੰ ਪਤਾ ਲੱਗੇ ਕਿ ਸੜਕਾਂ ਤੇ ਸੌਣਾ ਕਿਵੇਂ ਹੁੰਦਾ ਹੈ, ਤੁਸੀਂ ਬਹੁਤ ਸਾਰੀਆਂ ਸੁੱਖ ਸਹੂਲਤਾਂ ਤੋਂ ਪਾਸੇ ਰਹਿਣਾ ਕਿਵੇਂ ਹੁੰਦਾ। ਔਰ ਖਾਸ ਤੌਰ ਤੇ ਇਹ ਮਾਵਾਂ ਜਿਨ੍ਹਾਂ ਦੇ ਕੋਲੇ ਬੱਚਿਆ ਹੀ ਕੁਛ ਨਹੀਂ ਆ, ਜ਼ਮੀਨ ਦਾ ਜਿਹੜਾ ਟੁਕੜਾ ਬਚਿਆ ਉਹਦੇ ਲਈ ਇਹਨਾਂ ਦਾ ਪਤੀ, ਇਹਨਾਂ ਦਾ ਬੱਚਾ ਜਿਹੜਾ ਇਹਨਾਂ ਤੋਂ ਹਮੇਸ਼ਾ ਲਈ ਵਿਛੜ ਗਿਆ ਹੈਗਾ, ਉਹ ਭਰਪਾਈ ਕਦੇ ਹੋਣੀ ਨਹੀਂ ਆ। ਔਰ ਜਿਹੜੇ ਲੋਕਾਂ ਨੂੰ ਅਜੇ ਵੀ ਲੱਗ ਰਿਹਾ ਕਿ ਲੋਕ ਐਸ਼ ਕਰ ਰਹੇ, ਉਹ ਆ ਕੇ ਉਹਨਾਂ 150 ਘਰਾਂ ਦੇ ਰੂਬਰੂ ਹੋਣ ਜਾ ਕੇ, ਜਿਹੜੇ ਹਰਿਆਣੇ ਪੰਜਾਬ ਦੇ ਲੋਕ ਜਿਹੜੇ ਆ ਸ਼ਹੀਦ ਹੋ ਗਏ ਹੈ, ਜਿਹੜੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਾਨੂੰਨ ਬੜੇ ਚੰਗੇ ਆ, ਲੋਕਾਂ ਨੂੰ ਸਮਝ ਨਹੀਂ ਆ ਰਹੀ, ਉਹ ਜਾ ਕੇ ਇੱਕ ਵਾਰੀ ਉਹਨਾਂ ਪਰਿਵਾਰਾਂ ਦੇ ਰੂਬਰੂ ਜ਼ਰੂਰ ਹੋਣ, ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਇੰਨੇ ਚੰਗੇ ਕਾਨੂੰਨਾਂ ਨੂੰ ਲੋਕ ਕਿਉਂ ਨਹੀਂ ਸਮਝ ਪਾ ਰਹੇ ਤੇ ਇੰਨੇ ਚੰਗੇ ਕਾਨੂੰਨਾਂ ਦੇ ਲਈ ਸ਼ਹਾਦਤਾਂ ਕਿਉਂ ਦੇ ਰਹੇ ਆ। ਸੋ ਫਰਜ਼ ਬਣਦਾ ਹੈ ਕਿ ਜੇ ਤੁਹਾਡੇ ਅੰਦਰ ਇਨਸਾਨੀਅਤ ਹੈਗੀ ਹੈ, ਜੇ ਤੁਹਾਡੇ ਅੰਦਰ ਜ਼ਰਾ ਜਿੰਨੀ ਸੰਵੇਦਨਾ ਹੈਗੀ ਹੈ, ਤੇ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਖੁਸ਼ੀ ਦੇ ਨਾਲ ਕੋਈ ਵੀ ਇਸ ਤਰੀਕੇ ਨਾਲ ਸੜਕਾਂ ਤੇ ਆਉਣਾ ਬੈਠਣਾ ਪਸੰਦ ਨਹੀਂ ਕਰਦਾ। ਅਸੀਂ ਇਸ ਜਿਹੜੇ ਮੋਰਚੇ ਨੂੰ, ਇਸ ਚੀਜ਼ ਨੂੰ ਮੇਲੇ ਵਾਂਗ ਦੇਖਣਾ ਬੰਦ ਕਰੀਏ। ਜਿਹੜੇ ਲੋਕ ਸਿਰਫ ਮੇਲੇ ਵਾਂਗੂ ਦੇਖਣ ਆਉਂਦੇ ਨਹੀਂ, ਉਹ ਮੇਲੇ ਵਾਂਗੂ ਦੇਖਣ ਆਉਣਾ ਬੰਦ ਕਰਨ। ਬਹੁਤ ਜਿਹੜਾ ਸੀਰੀਅਸ ਇਹ ਮਸਲਾ ਹੈਗਾ, ਤੇ ਗੁਜ਼ਾਰਿਸ਼ ਸਰਕਾਰਾਂ ਨੂੰ ਹੈਗੀ ਹੈ ਕਿ ਤੁਸੀਂ ਵੀ ਇਨਸਾਨ ਹੋ, ਔਰ ਇਹਨਾਂ ਇਨਸਾਨਾਂ ਨੇ ਤੁਹਾਨੂੰ ਉਸ ਮੁਕਾਮ ਤੱਕ ਪਹੁੰਚਾਇਆ ਜਿੱਥੇ ਬੈਠ ਕੇ ਤੁਸੀਂ ਲੋਕਤੰਤਰਿਕ ਸੰਵਿਧਾਨ ਦੀ ਆੜ ਦੇ ਵਿੱਚ ਆਪਣੀ ਤਾਨਾਸ਼ਾਹੀ ਜਿਹੜੀ ਆ ਦਿਖਾ ਰਹੇ ਹੋ। ਸੋ ਇਹ ਵੀ ਇੱਕ ਚਿਹਰਾ ਹੈਗਾ ਇਸ ਮੋਰਚੇ ਦਾ, ਇਹ ਵੀ ਇੱਕ ਦਰਦ ਹੈਗਾ ਲੋਕਾਂ ਦਾ। ਸੋ ਇਸ ਤਰ੍ਹਾਂ ਦੀ ਸੰਵੇਦਨਾ ਅਸੀਂ ਆਪਣੇ ਆਪ 'ਚ ਪੈਦਾ ਕਰੀਏ, ਤੇ ਸੰਵੇਦਨਾ ਭਰੇ ਜਿਹੜੇ ਸੁਨੇਹੇ ਆ, ਸੰਵੇਦਨਾ ਭਰਿਆ ਆਪਣਾ ਰਵੱਈਆ ਜਿਹੜਾ ਦਿਖਾਈਏ। ਸੋ ਦੇਖਦੇ ਰਹੋ ਔਨ ਏਅਰ। ਮੈਂ ਰਮਨ ਧੂਰ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ।